ਗੁਰੂ ਪਿਆਰੀ ਸਾਧ ਸੰਗਤ ਜੀ 22 ਦਸੰਬਰ 1704 ਈਸਵੀ ਨੂੰ ਜਦੋਂ 40 ਸਿੰਘਾਂ ਦਾ 10 ਲੱਖ ਦੀ ਮੁਗਲ ਫੌਜ ਨਾਲ ਸਾਹਮਣਾ ਹੋਇਆ ਤਾਂ ਸਾਰੇ ਦਿਨ ਦੇ ਯੁੱਧ ਵਿੱਚ 35 ਸਿੰਘ ਅਤੇ 2 ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਸਨ। ਰਾਤ ਪੈ ਗਈ। ਗੜੀ ਦੇ ਚੁਫੇਰੇ ਵੈਰੀ ਦਲ ਘੇਰਾ ਪਾਈ ਬੈਠਾ ਸੀ। ਇਹ ਸਾਰੇ ਹਾਲਾਤ ਵਿਚਾਰ ਕੇ 5 ਸਿੰਘਾਂ ਨੇ ਜਿਹੜੇ ਇਸ ਸਮੇਂ ਗੁਰੂ ਜੀ ਪਾਸ ਰਹਿ ਗਏ ਸਨ ਬੇਨਤੀ ਕੀਤੀ, ਗੁਰੂ ਜੀ ਹੁਣ ਰਾਤ ਦੇ ਹਨੇਰੇ ਵਿੱਚ ਆਪ ਜੀ ਇੱਥੋਂ ਨਿਕਲ ਜਾਵੋ। ਗੁਰੂ ਜੀ ਨੇ 5 ਸਿੰਘਾਂ ਦੀ ਗੱਲ ਮੰਨ ਕੇ ਆਪਣੀ ਸ਼ਕਲ ਨਾਲ ਮਿਲਦੀ ਜੁਲਦੀ ਸ਼ਕਲ ਵਾਲੇ ਭਾਈ ਸੰਗਤ ਸਿੰਘ ਜੀ ਨੂੰ ਕਲਗੀ ਦੇ ਕੇ ਆਪਣੀ ਪੋਸ਼ਾਕ ਪਹਿਨਾ ਕੇ ਗੜੀ ਦੀ ਮਮਟੀ ਵਿੱਚ ਬੈਠਣ ਦੀ ਤਜਵੀਜ਼ ਸਮਝਾਈ ਤਾਂ ਜੋ ਮੁਗਲਾਂ ਨੂੰ ਉਹਨਾਂ ਦੇ ਗੜੀ ਵਿੱਚ ਹੋਣ ਦਾ ਭੁਲੇਖਾ ਬਣਿਆ ਰਹੇ। ਗੁਰੂ ਜੀ 3 ਸਿੰਘ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਨੂੰ ਲੈ ਕੇ ਗੜੀ ਦੇ ਪਿਛਲੇ ਪਾਸੇ ਦੀ ਛੋਟੀ ਬਾਰੀ ਤੋਂ ਰਾਤ ਦੇ ਹਨੇਰੇ ਵਿੱਚ ਬਾਹਰ ਨਿਕਲ ਗਏ। ਬਾਹਰ ਨਿਕਲ ਕੇ ਆਪ ਜੀ ਨੇ ਆਪਣੇ ਸਾਥੀ 3 ਸਿੰਘਾਂ ਨੂੰ ਕਿਹਾ, ਇਹ ਤਾਰਾ ਵੇਖ ਲਵੋ ਅਤੇ ਜੇਕਰ ਆਪਸ ਵਿੱਚ ਨਿਖੜ ਕੇ ਰਾਹ ਭੁੱਲ ਜਾਵੋ ਤਾਂ ਇਸ ਤਾਰੇ ਦੀ ਸੇਧ ਉੱਤੇ ਤੁਰੇ ਆਉਣਾ। ਸਿੰਘਾਂ ਨੂੰ ਇਸ ਤਰ੍ਹਾਂ ਸਾਵਧਾਨ ਕਰਕੇ ਆਪ ਜੀ ਨੇ ਕਮਰ ਕੱਸਾ ਕਰ ਲਿਆ ਅਤੇ ਅਰਦਾਸ ਕਰਕੇ ਬਾਹਰ ਨਿਕਲੇ। ਗੜੀ ਤੋਂ ਬਾਹਰ ਜਾ ਕੇ ਗੁਰੂ ਜੀ ਨੇ 3 ਵਾਰੀ ਤਾੜੀ ਮਾਰ ਕੇ ਉੱਚੀ ਆਵਾਜ਼ ਨਾਲ ਆਖਿਆ, ਸਿੱਖਾਂ ਦਾ ਗੁਰੂ ਜਾ ਰਿਹਾ ਹੈ, ਜੇ ਕਿਸੇ ਵਿੱਚ ਹਿੰਮਤ ਹੋਵੇ ਤਾਂ ਰੋਕ ਲਵੇ। ਆਵਾਜ਼ ਸੁਣ ਕੇ ਰਾਤ ਦੇ ਹਨੇਰੇ ਵਿੱਚ ਜਿਹੜਾ ਵੀ ਤੁਰਕ ਸਾਹਮਣੇ ਹੋਇਆ ਉਸ ਨੂੰ ਮੌਤ ਦੇ ਘਾਟ ਉਤਾਰ ਕੇ ਆਪ ਜੀ ਅੱਗੇ ਨਿਕਲ ਗਏ। ਇਸੇ ਹੀ ਰੋਲੇ ਰੱਪੇ ਵਿੱਚ ਆਪ ਜੀ ਦੇ ਨਾਲੋਂ 3 ਸਿੰਘ ਵੀ ਵਿਛੜ ਗਏ। ਗੁਰੂ ਗੋਬਿੰਦ ਸਿੰਘ ਜੀ ਮੁਗਲ ਫੌਜਾਂ ਦੇ ਘੇਰੇ ਵਿੱਚੋਂ ਨਿਕਲ ਕੇ ਮਾਛੀਵਾੜੇ ਨੂੰ ਚੱਲ ਪਏ। ਰਾਤ ਹਨੇਰੀ ਸੀ, ਰਾਹ ਦਿਖਾਈ ਨਹੀਂ ਸੀ ਦਿੰਦਾ ਤੇ ਹਰ ਪਾਸੇ ਕੰਡਿਆਲੀਆਂ ਝਾੜੀਆਂ ਵੀ ਸਨ। ਸਾਰਾ ਇਲਾਕਾ ਵੀ ਮੁਸਲਮਾਨਾਂ ਦੀ ਜਗੀਰ ਸੀ। ਇਸ ਇਲਾਕੇ ਦੇ ਪਿੰਡਾਂ ਵਿੱਚੋਂ ਲੰਘਣਾ ਵੀ ਖਤਰੇ ਤੋਂ ਖਾਲੀ ਨਹੀਂ ਸੀ, ਕਿਉਂਕਿ ਗੁਰੂ ਜੀ ਨੂੰ ਫੜਨ ਲਈ ਮੁਗਲ ਸਿਪਾਹੀ ਹਰ ਥਾਂ ਘੁੰਮ ਰਹੇ ਸਨ। ਸਵੇਰ ਹੁੰਦਿਆਂ ਗੁਰੂ ਜੀ ਕੀੜੀ ਪਿੰਡ ਕੋਲ ਪਹੁੰਚੇ। ਉੱਥੇ ਅਲਫੂ ਤੇ ਗਾਮੂ ਨਾਂ ਦੇ 2 ਗੁੱਜਰਾਂ ਨੇ ਪਛਾਣ ਲਿਆ ਤੇ ਫੜਾਉਣ ਲਈ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ। ਗੁਰੂ ਜੀ ਨੇ ਉਹਨਾਂ ਨੂੰ ਇਸ਼ਾਰੇ ਨਾਲ ਚੁੱਪ ਰਹਿਣ ਲਈ ਕਿਹਾ, ਪਰ ਉਹ ਨਾ ਟਲੇ। ਗੁਰੂ ਜੀ ਨੇ ਦੋਹਾਂ ਨੂੰ ਝਟਕਾ ਦਿੱਤਾ। ਗੁਰੂ ਜੀ ਰਾਤ ਭਰ ਚਲਦੇ ਹੀ ਗਏ, ਜਦੋਂ ਤੱਕ ਆਪ ਜੀ ਨੂੰ ਮਾਛੀਵਾੜਾ ਪਿੰਡ ਵਿਖਾਈ ਨਹੀਂ ਦਿੱਤਾ। ਹੁਣ ਆਪ ਜੀ ਵੈਰੀ ਫੌਜ ਵੱਲੋਂ ਦੂਰ ਪਿੰਡ ਦੇ ਬਾਹਰ ਇੱਕ ਬਗੀਚੇ ਵਿੱਚ ਸੀ। ਇਹ ਬਾਗ ਗੁਲਾਬੇ ਮਸੰਦ ਦਾ ਸੀ। ਇਸ ਬਾਗ ਵਿੱਚ ਇੱਕ ਰਹਿਟ ਵਾਲਾ ਖੂਹ ਸੀ, ਜਿਸ ਨੂੰ ਅੰਮ੍ਰਿਤ ਵੇਲੇ ਵਿੱਚ ਬਗੀਚੇ ਦਾ ਮਾਲੀ ਚਲਾ ਰਿਹਾ ਸੀ। ਗੁਰੂ ਜੀ ਨੇ ਖੂਹ ਤੋਂ ਇੱਕ ਟਿੰਡ ਖੋਲ੍ਹ ਕੇ ਜਲ ਛਕਿਆ ਅਤੇ ਸਿਰਹਾਣੇ ਹੇਠਾਂ ਟਿੰਡ ਰੱਖ ਕੇ ਉੱਪਰ ਕਮਰ ਕੱਸੇ ਵਾਲਾ ਕੱਪੜਾ ਤਾਣ ਕੇ ਪੋਹ ਦੀ ਕੜਕਦੀ ਸਰਦੀ ਵਿੱਚ ਆਪਣੀ ਮੌਜ ਵਿੱਚ ਬਰਾਜ ਗਏ। ਉਸ ਮਾਲੀ ਨੇ ਗੁਰੂ ਜੀ ਨੂੰ ਪਹਿਚਾਣ ਲਿਆ। ਮਾਲੀ ਆਪਣੇ ਸੁਆਮੀ ਗੁਲਾਬੇ ਮਸੰਦ ਨੂੰ ਸੂਚਿਤ ਕਰਨ ਲਈ ਚਲਾ ਗਿਆ ਕਿ ਤੁਹਾਡੇ ਬਗੀਚੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਧਾਰੇ ਹਨ। ਇੰਨੇ ਵਿੱਚ ਵਿਛੜੇ ਹੋਏ ਸਿੰਘ ਵੀ ਗੁਰੂ ਜੀ ਦੀ ਖੋਜ ਕਰਦੇ ਹੋਏ ਉੱਥੇ ਪਹੁੰਚ ਗਏ। ਗੁਲਾਬਾ ਮਸੰਦ ਸੂਚਨਾ ਪਾਉਂਦੇ ਹੀ ਗੁਰੂ ਜੀ ਕੋਲ ਮੌਜੂਦ ਹੋਇਆ। ਉਹ ਸਾਰਿਆਂ ਨੂੰ ਆਪਣੇ ਘਰ ਲੈ ਗਿਆ ਅਤੇ ਗੁਰੂ ਦੇਵ ਜੀ ਦਾ ਸ਼ਾਨਦਾਰ ਸਵਾਗਤ ਕੀਤਾ। ਪਰ ਮੁਗਲ ਪ੍ਰਸ਼ਾਸਨ ਵੱਲੋਂ ਭੈ-ਭੀਤ ਵੀ ਹੋ ਰਿਹਾ ਸੀ ਕਿ ਮੁਗਲਾਂ ਨੂੰ ਭਨਕ ਨਹੀਂ ਮਿਲ ਜਾਵੇ ਕਿ ਗੁਰੂ ਦੇਵ ਜੀ ਮੇਰੇ ਕੋਲ ਪਧਾਰੇ ਹਨ। ਅੰਤ ਉਸਨੇ ਗੁਰੂ ਦੇਵ ਜੀ ਅਤੇ ਸਿੱਖਾਂ ਨੂੰ ਘਰ ਦੇ ਤਹਿਖਾਨੇ ਵਿੱਚ ਨਿਵਾਸ ਕਰਵਾਇਆ ਅਤੇ ਸ਼ਰਧਾ ਵੱਲੋਂ ਸੇਵਾ ਵਿੱਚ ਜੁਟ ਗਿਆ। ਇਸ ਪਿੰਡ ਵਿੱਚ ਗੁਰੂ ਦੇਵ ਜੀ ਦੇ 2 ਮੁਸਲਮਾਨ ਸੇਵਕ ਗਨੀ ਖਾਂ ਅਤੇ ਨਬੀ ਖਾਂ ਰਹਿੰਦੇ ਸਨ। ਇਹ ਲੋਕ ਘੋੜਿਆਂ ਦਾ ਵਪਾਰ ਕਰਦੇ ਸਨ। ਉਹਨਾਂ ਨੇ ਗੁਰੂ ਦੇਵ ਜੀ ਨੂੰ ਕਈ ਵਾਰ ਘੋੜੇ ਵੇਚੇ ਸਨ ਅਤੇ ਅਕਸਰ ਗੁਰੂ ਦੇਵ ਜੀ ਵੱਲੋਂ ਮਿਲਦੇ ਰਹਿੰਦੇ ਸਨ। ਜਦੋਂ ਮੁਗਲ ਸੈਨਿਕ ਬਲ ਨੇ ਪਿੰਡ-ਪਿੰਡ ਦਾ ਤਲਾਸ਼ੀ ਅਭਿਆਨ ਚਲਾਇਆ ਤਾਂ ਗੁਲਾਬੇ ਮਸੰਦ ਨੂੰ ਚਿੰਤਾ ਹੋਈ। ਗੁਰੂ ਦੇਵ ਜੀ ਵੀ ਉਸ ਨੂੰ ਕਿਸੇ ਕਠਿਨਾਈ ਵਿੱਚ ਨਹੀਂ ਪਾਉਣਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਗਨੀ ਖਾਂ ਅਤੇ ਨਬੀ ਖਾਂ ਨੂੰ ਸੱਦ ਭੇਜਿਆ। ਇਹਨਾਂ ਦੋਵਾਂ ਭਰਾਵਾਂ ਨੇ ਗੁਰੂ ਦੇਵ ਜੀ ਨੂੰ ਸੰਕਟ ਦੀ ਕੜੀ ਵਿੱਚ ਹਰ ਪ੍ਰਕਾਰ ਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਅਤੇ ਆਪਣੀ ਸੇਵਾਵਾਂ ਅਰਪਿਤ ਕੀਤੀਆਂ। ਸਾਰਿਆਂ ਨੇ ਮਿਲ ਕੇ ਇੱਕ ਯੋਜਨਾ ਬਣਾਈ ਅਤੇ ਯੁਕਤੀ ਵੱਲੋਂ ਗੁਰੂ ਦੇਵ ਜੀ ਨੂੰ
ਕਿਸੇ ਸੁਰੱਖਿਅਤ ਸਥਾਨ ਉੱਤੇ ਲੈ ਚੱਲਣ ਦੇ ਕਾਰਜ ਵਿੱਚ ਜੁਟ ਗਏ। ਉਹਨਾਂ ਦਿਨਾਂ ਵਿੱਚ ਉੱਚ ਦੇ ਪੀਰ ਮੁਸਲਮਾਨਾਂ ਵਿੱਚ ਬਹੁਤ ਪ੍ਰਸਿੱਧੀ ਪ੍ਰਾਪਤ ਸਨ। ਇਹ ਮੁਸਲਮਾਨ ਸੂਫੀ ਫਕੀਰ ਲੰਬੀ ਦਾੜ੍ਹੀ ਅਤੇ ਕੇਸ ਰੱਖਦੇ ਸਨ, ਪਰ ਕੇਸਾਂ ਦਾ ਜੂੜਾ ਨਹੀਂ ਕਰਦੇ ਸਨ, ਬਲਕਿ ਉਹਨਾਂ ਨੂੰ ਖੁੱਲ੍ਹੀਆਂ ਜਟਾਵਾਂ ਰੂਪ ਵਿੱਚ ਰੱਖ ਕੇ ਉੱਤੇ ਪਗੜੀ ਬੰਨ੍ਹਦੇ ਸਨ ਅਤੇ ਨੀਲੇ ਵਸਤਰ ਧਾਰਨ ਕਰਦੇ ਸਨ। ਅਕਸਰ ਆਪਣੇ ਮੁਰੀਦਾਂ ਵੱਲੋਂ ਮਿਲਣ ਅਤੇ ਲੋਕਾਂ ਵੱਲੋਂ ਭੇਟ ਆਦਿ ਲੈਣ ਪਿੰਡਾਂ ਵਿੱਚ ਘੁੰਮਣ ਲਈ ਨਿਕਲਿਆ ਕਰਦੇ ਸਨ। ਗੁਰੂ ਦੇਵ ਜੀ ਨੂੰ ਉੱਚ ਦੇ ਪੀਰ ਦੀ ਤਰ੍ਹਾਂ ਵੇਸ਼ ਸ਼ਿੰਗਾਰ ਧਾਰਨ ਕਰਵਾ ਦਿੱਤਾ ਗਿਆ ਅਤੇ ਉਹਨਾਂ ਨੂੰ ਉਸੀ ਪ੍ਰਕਾਰ ਪਲੰਘ ਉੱਤੇ ਬਿਠਾ ਕੇ ਮਾਛੀਵਾੜੇ ਵੱਲੋਂ ਦੂਰ ਕਿਸੇ ਸੁਰੱਖਿਅਤ ਸਥਾਨ ਲਈ ਚੱਲ ਪਏ। ਗੁਰੂ ਦੇਵ ਜੀ ਦੇ ਪਲੰਘ ਦੇ ਅੱਗੇ ਵੱਲੋਂ ਗਨੀ ਖਾਂ ਅਤੇ ਨਬੀ ਖਾਂ ਨੇ ਚੁੱਕਿਆ ਅਤੇ ਪਿੱਛੇ ਵੱਲੋਂ ਭਾਈ ਧਰਮ ਸਿੰਘ ਅਤੇ ਮਾਨ ਸਿੰਘ ਜੀ ਨੇ ਚੁੱਕ ਲਿਆ ਅਤੇ ਭਾਈ ਦਇਆ ਸਿੰਘ ਨੂੰ ਹੱਥ ਵਿੱਚ ਮੋਰ ਪੰਖ ਦਾ ਚਵਰ ਥਮਾ ਦਿੱਤਾ ਗਿਆ, ਜੋ ਉਹ ਗੁਰੂ ਦੇਵ ਜੀ ਦੇ ਉੱਤੇ ਝੁਲਾਉਣ ਲੱਗਾ। ਇੰਜ ਗੁਰੂ ਜੀ ਉੱਚ ਦੇ ਪੀਰ ਬਣ ਕੇ ਮਾਛੀਵਾੜੇ ਤੋਂ ਚੱਲ ਪਏ। ਰਸਤੇ ਵਿੱਚ ਲੋਕਾਂ ਨੂੰ ਇਹੀ ਦੱਸਦੇ ਗਏ ਕਿ ਪਲੰਘ ਉੱਤੇ ਉੱਚ ਦੇ ਪੀਰ ਬਿਰਾਜਮਾਨ ਹਨ। ਮਾਛੀਵਾੜੇ ਤੋਂ ਚੱਲ ਕੇ 12 ਕੁ ਮੀਲਾਂ ਦੀ ਵਿੱਥ 'ਤੇ ਘੁੰਗਰਾਲੀ ਪਹੁੰਚੇ, ਰਾਤ ਵਿਸ਼ਰਾਮ ਕੀਤਾ ਤੇ ਅਗਲੇ ਦਿਨ ਇੱਥੋਂ 13 ਕੁ ਮੀਲਾਂ ਦੀ ਵਿੱਥ 'ਤੇ ਪਿੰਡ ਲੱਲ ਪਹੁੰਚੇ। ਇੱਥੇ ਪਿੰਡ ਬਾਹਰ ਇੱਕ ਤਲਾਅ ਦੇ ਕੰਢੇ ਬੋੜ ਹੇਠਾਂ ਆਰਾਮ ਕੀਤਾ। ਇੱਥੇ ਮੁਗਲ ਫੌਜ ਨੇ ਰੋਕ ਲਿਆ ਅਤੇ ਇਹ ਜਾਣਨਾ ਚਾਹਿਆ ਕਿ ਉੱਚ ਦੇ ਪੀਰ ਦੇ ਰੂਪ ਵਿੱਚ ਕਿਧਰੇ ਗੁਰੂ ਗੋਬਿੰਦ ਸਿੰਘ ਜੀ ਤਾਂ ਨਹੀਂ ਹਨ। ਗੁਰੂ ਦੇਵ ਜੀ ਵੱਲੋਂ ਅਧਿਕਾਰੀਆਂ ਨੇ ਗੱਲਬਾਤ ਕੀਤੀ, ਜਿਸ ਦਾ ਜਵਾਬ ਗੁਰੂ ਦੇਵ ਜੀ ਨੇ ਫਾਰਸੀ ਭਾਸ਼ਾ ਵਿੱਚ ਦਿੱਤਾ, ਪਰ ਅਧਿਕਾਰੀ ਦੁਵਿਧਾ ਵਿੱਚ ਸਨ। ਇੱਕ ਤਰਫ ਉੱਚ ਦਾ ਪੀਰ, ਦੂਜੇ ਪਾਸੇ ਗੁਰੂ ਜੀ ਦਾ ਬਚ ਕੇ ਨਿਕਲ ਜਾਣਾ ਉਸ ਦੀ ਨੌਕਰੀ ਨੂੰ ਸੰਕਟ ਵਿੱਚ ਪਾ ਸਕਦਾ ਸੀ। ਉਸਨੇ ਪ੍ਰਸਤਾਵ ਰੱਖਿਆ ਕਿ ਤੁਸੀਂ ਸਾਡੇ ਇੱਥੇ ਭੋਜਨ ਕਰੋ। ਜਵਾਬ ਵਿੱਚ ਗੁਰੂ ਦੇਵ ਜੀ ਨੇ ਕਿਹਾ ਕਿ ਮੈਂ ਚਿੱਲਾ ਲਿਆ ਹੋਇਆ ਹੈ, ਅਰਥਾਤ ਮੈਂ ਉਪਵਾਸ ਧਾਰਨ ਕੀਤਾ ਹੋਇਆ ਹੈ, ਪਰ ਮੇਰੇ ਮੁਰੀਦ ਇਹ ਤੁਹਾਡੇ ਨਾਲ ਭੋਜਨ ਕਰਨਗੇ। ਅਜਿਹਾ ਹੀ ਕੀਤਾ ਗਿਆ। ਜਦੋਂ ਭੋਜਨ ਕਰਨ ਲੱਗੇ ਤਾਂ ਭਾਈ ਦਇਆ ਸਿੰਘ ਜੀ ਨੇ ਗੁਰੂ ਆਗਿਆ ਅਨੁਸਾਰ ਆਪਣੀ ਲਘੂ ਕਿਰਪਾਨ ਭੋਜਨ ਪਲਾਓ ਵਿੱਚ ਪਾ ਕੇ ਗੁਰੂ ਮੰਤਰ ਉਚਾਰਨ ਕੀਤਾ। ਤੋਹ ਪ੍ਰਸਾਦ, ਭਰਮ ਦਾ ਨਾਸ਼ ਅਤੇ ਖੁਸ਼ੀ ਨਾਲ ਭੋਜਨ ਕਰ ਲਿਆ। ਚਲਦੇ ਸਮੇਂ ਥਾਲੀ ਵਿੱਚੋਂ ਕੁਝ ਅੰਸ਼ ਰੁਮਾਲ ਵਿੱਚ ਬੰਨ੍ਹ ਲਿਆ। ਇਸ ਵਿੱਚ ਫੌਜੀ ਅਧਿਕਾਰੀ ਨੇ ਨਜ਼ਦੀਕ ਦੇ ਪਿੰਡ ਸਲੋਹਪੁਰ ਵੱਲੋਂ ਕਾਜੀ ਪੀਰ ਮੁਹੰਮਦ ਨੂੰ ਗੁਰੂ ਦੇਵ ਜੀ ਦੀ ਪਹਿਚਾਣ ਕਰਨ ਲਈ ਸੱਦ ਲਿਆ। ਇਹ ਕਾਜੀ ਸਾਹਿਬ ਗੁਰੂ ਦੇਵ ਜੀ ਨੂੰ ਬਚਪਨ ਵੱਲੋਂ ਫਾਰਸੀ ਭਾਸ਼ਾ ਦੀ ਪੜ੍ਹਾਈ ਕਰਵਾਉਂਦੇ ਰਹੇ ਸਨ। ਜਦੋਂ ਕਾਜੀ ਸਾਹਿਬ ਨੇ ਗੁਰੂ ਦੇਵ ਜੀ ਨੂੰ ਪਛਾਣਿਆ ਤਾਂ ਉਸਨੇ ਦੋਹਰੇ ਅਰਥਾਂ ਵਾਲੀ ਭਾਸ਼ਾ ਵਿੱਚ ਕਿਹਾ ਕਿ ਹਾਂ, ਮੈਂ ਇਹਨਾਂ ਨੂੰ ਜਾਣਦਾ ਹਾਂ, ਇਹ ਮੇਰੇ ਵੀ ਪੀਰ ਹਨ, ਇਹਨਾਂ ਨੂੰ ਜਾਣ ਦਿਓ। ਇਸ ਪ੍ਰਕਾਰ ਗੁਰੂ ਦੇਵ ਜੀ ਕਠਿਨ ਪਰਿਸਥਿਤੀਆਂ ਵੱਲੋਂ ਸਹਿਜ ਹੀ ਨਿਕਲ ਗਏ। ਉਸ ਤੋਂ ਬਾਅਦ ਗੁਰੂ ਜੀ ਲੱਲ ਤੋਂ ਚੱਲ ਕੇ ਪਿੰਡ ਕਟਾਣੇ ਪਹੁੰਚੇ। ਇੱਥੇ ਗੁਰਦੁਆਰਾ ਕਟਾਣਾ ਸਾਹਿਬ ਹੈ। ਫਿਰ ਕਨੇਜ ਦੇ ਰਸਤੇ ਆਲਮਗੀਰ ਪਹੁੰਚੇ। ਆਲਮਗੀਰ ਪਿੰਡ ਦੇ ਨੋਦਾ ਸਿੰਘ ਨੇ ਆਪ ਜੀ ਨੂੰ ਇੱਕ ਘੋੜਾ ਭੇਟ ਕੀਤਾ। ਆਪ ਜੀ ਨੇ ਪਾਲਕੀ ਤਿਆਗ ਦਿੱਤੀ ਤੇ ਅੱਗੇ ਲਈ ਘੋੜੇ ਦੀ ਸਵਾਰੀ ਕੀਤੀ। ਪਿੰਡ ਤੋਂ 1 ਕਿਲੋਮੀਟਰ ਬਾਹਰ ਆਪ ਦੇ ਠਹਿਰਨ ਦਾ ਅਸਥਾਨ ਸੀ, ਜਿੱਥੇ ਹੁਣ ਮੰਜੀ ਸਾਹਿਬ ਆਲਮਗੀਰ ਨਾਮ ਦਾ ਆਲੀਸ਼ਾਨ ਗੁਰਦੁਆਰਾ ਸ਼ੋਭ ਰਿਹਾ ਹੈ। ਆਲਮਗੀਰ ਤੋਂ ਪਿੰਡ ਹੇਹਰ ਆਏ। ਉੱਥੇ ਉਦਾਸੀ ਮਹੰਤ ਕਿਰਪਾਲ ਦਾਸ ਦਾ ਡੇਰਾ ਸੀ, ਜਿਨ੍ਹਾਂ ਨੇ ਭੰਗਾਣੀ ਦੇ ਜੰਗ ਵਿੱਚ ਆਪਣੇ ਮੋਟੇ ਸੋਟੇ ਨਾਲ ਹੀ ਫੌਜੀ ਸਰਦਾਰ ਹਯਾਤ ਖਾਨ ਨੂੰ ਮਾਰ ਸੁੱਟਿਆ ਸੀ। ਹੁਣ ਉਸ ਦੀ ਥਾਂ ਉੱਤੇ ਉਸ ਦਾ ਇੱਕ ਚੇਲਾ ਮਹੰਤ ਸੀ। ਪਹਿਲਾਂ ਉਸਨੇ ਬੜਾ ਸਤਿਕਾਰ ਕੀਤਾ, ਪਰ ਜਦੋਂ ਪਤਾ ਲੱਗਾ ਕਿ ਮੁਗਲ ਫੌਜ ਗੁਰੂ ਜੀ ਦੀ ਭਾਲ ਕਰ ਰਹੀ ਹੈ ਤਾਂ ਉਹ ਘਬਰਾ ਗਿਆ। ਇੱਥੋਂ ਆਪ ਜੀ ਨੇ ਗਨੀ ਖਾਂ ਤੇ ਨਬੀ ਖਾਂ ਨੂੰ ਆਦਰ ਸਤਿਕਾਰ ਨਾਲ ਵਿਦਾ ਕੀਤਾ ਅਤੇ ਇੱਕ ਯਾਦਗਾਰੀ ਪੱਤਰ ਲਿਖ ਕੇ ਦਿੱਤਾ, ਜਿਸ ਵਿੱਚ ਉਹਨਾਂ ਦੀ ਵੱਡਮੁੱਲੀ ਸੇਵਾ ਦਾ ਜ਼ਿਕਰ ਕਰਕੇ ਖਾਲਸਾ ਪੰਥ ਨੂੰ ਉਹਨਾਂ ਦਾ ਆਦਰ ਕਰਨ ਦਾ ਹੁਕਮ ਕੀਤਾ। ਅਗਲੇ ਦਿਨ ਸਵੇਰੇ ਹੀ ਗੁਰੂ ਜੀ ਹੋਹਰ ਤੋਂ ਚੱਲ ਕੇ ਸੀਲੋਆਣੀ ਤਹਿਸੀਲ ਜਗਰਾਵਾਂ ਪਹੁੰਚੇ। ਉੱਥੇ ਰਾਏ ਕੋਟ ਜੱਟਪੁਰੇ ਦਾ ਚੌਧਰੀ ਰਾਏ ਕਲਾ ਆਇਆ ਹੋਇਆ ਸੀ। ਉਹ ਬੜੇ ਆਦਰ ਸਤਿਕਾਰ ਨਾਲ ਗੁਰੂ ਜੀ ਨੂੰ ਜੱਟਪੁਰੇ ਲੈ ਗਿਆ। ਉੱਥੇ ਆਪਣੇ ਮਕਾਨ ਵਿੱਚ ਉਤਾਰਾ ਦਿੱਤਾ।
ਗੁਰੂ ਜੀ ਦੀਆਂ ਮੁਸੀਬਤਾਂ ਅਤੇ ਕਸ਼ਟਾਂ ਦਾ ਹਾਲ ਸੁਣ ਕੇ ਰਾਏ ਕਲਾ ਤਿਪ ਅਥਰੂ ਕੇਰਨ ਲੱਗ ਪਿਆ ਅਤੇ ਜ਼ਾਲਮਾਂ ਨੂੰ ਬਦਸੀਸਾਂ ਦੇਣ ਤੇ ਲਾਂਤਾਂ ਪਾਉਣ ਲੱਗ ਪਿਆ। ਉਸਨੇ ਬੇਨਤੀ ਕੀਤੀ ਕਿ ਮੈਂ ਹਰ ਪ੍ਰਕਾਰ ਦੀ ਸੇਵਾ ਲਈ ਹਾਜ਼ਰ ਹਾਂ, ਕੋਈ ਸੇਵਾ ਬਖਸ਼ੋ। ਗੁਰੂ ਜੀ ਨੇ ਰਾਏ ਕਲਾ ਨੂੰ ਕਿਹਾ ਕਿ ਕਿਸੇ ਸਿਆਣੇ ਆਦਮੀ ਨੂੰ ਸਰਹੰਦ ਭੇਜੋ ਜੋ ਪਤਾ ਲਿਆਵੇ ਕਿ ਸਰਸਾ ਪਾਰ ਕਰਨ ਸਮੇਂ ਵਿਛੜੇ ਵਿਹੀਰ ਵਿੱਚ ਕੋਈ ਪਕੜਿਆ ਤਾਂ ਨਹੀਂ ਗਿਆ। ਚੌਧਰੀ ਨੇ ਮਾਹੀ ਨਾਮ ਦੇ ਇੱਕ ਆਦਮੀ ਨੂੰ ਸਰਹੰਦ ਭੇਜਿਆ। ਉੱਥੋਂ ਸਰਹੰਦ ਲਗਭਗ 70 ਕਿਲੋਮੀਟਰ ਦੀ ਵਿੱਥ 'ਤੇ ਸੀ। ਮਾਹੀ ਅਗਲੇ ਦਿਨ ਹੀ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀ ਸ਼ਹੀਦੀ ਦੀ ਖਬਰ ਲੈ ਕੇ ਆ ਪਹੁੰਚਿਆ। ਉਸਨੇ ਰੋ ਕੇ ਸਾਰੇ ਹਾਲਾਤ ਵਰਣਨ ਕੀਤੇ ਕਿ ਕਿਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ। ਸੁਣਨ ਵਾਲਿਆਂ ਦੇ ਅਥਰੂ ਰੋਕਿਆ ਵੀ ਨਹੀਂ ਸਨ ਰੁਕ ਰਹੇ, ਪਰ ਗੁਰੂ ਜੀ ਅਡੋਲ ਬੈਠੇ ਸਨ। ਜਦ ਮਾਹੀ ਸਾਰਾ ਹਾਲ ਸੁਣਾ ਚੁੱਕਾ ਤਾਂ ਗੁਰੂ ਜੀ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ ਕਿ ਉਸਨੇ ਸਾਹਿਬਜ਼ਾਦਿਆਂ ਨੂੰ ਇੰਨੀ ਦ੍ਰਿੜਤਾ ਬਖਸ਼ੀ ਤੇ ਉਹ ਭਿਆਨਕ ਤਸੀਹੇ ਵੀ ਹੱਸ ਕੇ ਜਰ ਗਏ ਅਤੇ ਧਰਮ ਦੀ ਖਾਤਰ ਜਾਨਾਂ ਵਾਰ ਗਏ। ਉਸ ਸਮੇਂ ਗੁਰੂ ਜੀ ਨੇ ਆਪਣੇ ਹੱਥ ਵਿੱਚ ਫੜੇ ਹੋਏ ਤੀਰ ਦੀ ਨੋਕ ਦੇ ਨਾਲ ਇੱਕ ਛੋਟੇ ਜਿਹੇ ਬੂਟੇ ਨੂੰ ਜੜ ਵੱਲੋਂ ਉਖਾੜਦੇ ਹੋਏ ਕਿਹਾ, ਜਿਵੇਂ ਮੈਂ ਇਹ ਪੌਦਾ ਜੜ ਵੱਲੋਂ ਉਖਾੜਿਆ ਹੈ, ਇੰਜ ਹੀ ਮੁਗਲਾਂ ਦੀਆਂ ਜੜ੍ਹਾਂ ਵੀ ਉਖਾੜੀਆਂ ਜਾਣਗੀਆਂ। ਉਸ ਤੋਂ ਬਾਅਦ ਗੁਰੂ ਜੀ ਅਗਲੇ ਦਿਨ ਰਾਏ ਕਲਾ ਤੋਂ ਵਿਦਾ ਹੋਏ। ਉਸਨੇ ਵਧੀਆ ਘੋੜੇ ਅਤੇ ਸ਼ਸਤਰ ਆਦਿ ਭੇਟ ਕੀਤੇ। ਗੁਰੂ ਜੀ ਨੇ ਵੀ ਉਸਦੇ ਪਿਆਰ ਤੇ ਸੇਵਾ ਦੀ ਕਦਰ ਕਰਦਿਆਂ ਇੱਕ ਤਲਵਾਰ ਉਸਨੂੰ ਯਾਦਗਾਰ ਵਜੋਂ ਦਿੱਤੀ। ਜੱਟਪੁਰੇ ਤੋਂ ਚੱਲ ਕੇ ਗੁਰੂ ਜੀ ਦੀਨੇ ਪਿੰਡ ਪਹੁੰਚੇ। ਉੱਥੇ ਚੌਧਰੀ ਲਖਮੀਰ, ਸ਼ਮੀਰ ਤੇ ਤਖਤ ਮੱਲ ਨੇ ਆਪ ਦਾ ਨਿੱਘਾ ਸਵਾਗਤ ਕੀਤਾ ਅਤੇ ਆਪਣੇ ਚੁਬਾਰੇ ਵਿੱਚ ਉਤਾਰਾ ਦਿੱਤਾ। ਇਹ ਤਿੰਨੇ ਭਰਾ ਭਾਈ ਜੋਧ ਰਾਏ ਦੇ ਪੋਤਰੇ ਸਨ, ਜਿਸ ਨੇ ਗੁਰੂ ਹਰਗੋਬਿੰਦ ਸਾਹਿਬ ਤੋਂ ਸਿੱਖੀ ਧਾਰਨ ਕੀਤੀ ਸੀ ਅਤੇ ਆਪਣੀ ਫੌਜ ਸਮੇਤ ਗੁਰੂਸਰ ਦੇ ਜੰਗ ਵਿੱਚ ਹਿੱਸਾ ਲਿਆ ਸੀ ਤੇ ਬਹਾਦਰੀ ਦੇ ਜੋਹਰ ਵਿਖਾਏ ਸਨ। ਜਿਉਂ-ਜਿਉਂ ਸਿੱਖਾਂ ਨੂੰ ਗੁਰੂ ਜੀ ਦੇ ਦੀਨੇ ਪਿੰਡ ਵਿੱਚ ਆਉਣ ਦਾ ਪਤਾ ਲੱਗਦਾ ਗਿਆ, ਉਹ ਰੋਜ਼ ਦਰਸ਼ਨਾਂ ਨੂੰ ਆਉਣ ਲੱਗ ਪਏ। ਚੰਗੀਆਂ ਰੌਣਕਾਂ ਲੱਗਣ ਲੱਗ ਪਈਆਂ। ਗੁਰੂ ਜੀ ਨੇ ਸਿੱਖਾਂ ਨੂੰ ਹੁਕਮਨਾਮੇ ਭੇਜੇ ਕਿ ਹਥਿਆਰਬੰਦ ਹੋ ਕੇ ਜਲਦੀ ਹੀ ਉਹਨਾਂ ਪਾਸ ਆਉਣ। ਸਰਹੰਦ ਦੇ ਨਵਾਬ ਵਜ਼ੀਰ ਖਾਂ ਨੂੰ ਵੀ ਇਹ ਖਬਰ ਮਿਲ ਗਈ ਕਿ ਗੁਰੂ ਜੀ ਦੀਨੇ ਪਿੰਡ ਵਿੱਚ ਹਨ। ਗੁਰੂ ਜੀ ਦੀਨੇ ਪਿੰਡ ਵਿਖੇ ਕਾਫੀ ਸਮਾਂ ਠਹਿਰੇ। ਇੱਥੇ ਬਹੁਤ ਸਾਰੇ ਸਿੱਖ ਯੋਧੇ ਗੁਰੂ ਜੀ ਦੀ ਸੇਵਾ ਵਿੱਚ ਆ ਹਾਜ਼ਰ ਹੋਏ। ਗੁਰੂ ਜੀ ਨੇ ਕੁਝ ਆਦਮੀ ਤਨਖਾਹਦਾਰ ਵੀ ਭਰਤੀ ਕਰ ਲਏ। ਸੋ ਪਿਆਰੀ ਸਾਧ ਸੰਗਤ ਜੀ, ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ।